ਪਹਿਲਾ ਸ਼ਬਦ ਹੈ ਵਿਵੇਕ, ਦੂਜਾ ਸ਼ਬਦ ਹੈ ਧਿਆਨ, ਤੀਜਾ ਸ਼ਬਦ ਹੈ ਸਿੱਖਿਆ। ਇਹ ਤਿੰਨੇ ਸ਼ਬਦ ਆਪਸ ਦੇ ਅੰਦਰ ਜੁੜੇ ਹੋਏ ਨੇ। ਇਹਨਾਂ ਤਿੰਨਾਂ ਦਾ ਬਹੁਤ ਹੀ ਗਹਿਰਾ ਆਪਸ ਦੇ ਵਿੱਚ ਸੰਬੰਧ ਹੈ। ਇੱਕ ਬਚਨ ਗੁਰੂ ਕੀ ਪਾਵਨ ਬਾਣੀ ਭਗਤ ਰਵਿਦਾਸ ਜੀ ਦਾ ਪਾਵਨ ਬਚਨ ਹੈ। ਮਹਾਰਾਜ ਕਹਿੰਦੇ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਭਗਤ ਜੀ ਕਹਿੰਦੇ ਕਿ ਜੇਕਰ ਤੁਹਾਡਾ ਅਵਿਦਿਆ ਦੇ ਨਾਲ ਹਿੱਤ ਬਣ ਗਿਆ, ਅਵਿਦਿਆ ਤੋਂ ਭਾਵ ਅਗਿਆਨਤਾ, ਕਿ ਜੇਕਰ ਤੁਹਾਡਾ ਅਗਿਆਨਤਾ ਦੇ ਨਾਲ ਹਿੱਤ ਬਣ ਗਿਆ ਭਾਵ ਪ੍ਰੇਮ ਬਣ ਗਿਆ ਹੈ, ਤੇ ਜਿਹੜਾ ਤੁਹਾਡੇ ਵਿਵੇਕ ਦਾ ਦੀਪਕ ਹੈ ਉਹ ਹੌਲੀ ਹੌਲੀ ਮੱਧਮ ਹੋਣਾ ਸ਼ੁਰੂ ਹੋ ਜਾਏਗਾ, ਉਹ ਫਿੱਕਾ ਪੈਣਾ ਸ਼ੁਰੂ ਹੋ ਜਾਏਗਾ। ਫਿੱਕੇ ਪੈਣ ਤੋਂ ਭਾਵ ਕਿ ਤੁਹਾਡਾ ਵਿਵੇਕ ਘਟ ਜਾਏਗਾ। ਔਰ ਜਦੋਂ ਤੁਹਾਡੇ ਜੀਵਨ 'ਚ ਵਿਵੇਕ ਘਟਦਾ ਹੈ ਉਦੋਂ ਤੁਹਾਡੇ ਜੀਵਨ 'ਚ ਅਗਿਆਨਤਾ ਵੱਧਦੀ ਹੈ। ਔਰ ਜਦੋਂ ਤੁਹਾਡੇ ਜੀਵਨ 'ਚ ਅਗਿਆਨਤਾ ਵੱਧਦੀ ਹੈ ਉਦੋਂ ਜੋ ਚੁਣਾਵ ਹੈ, ਜੋ ਫੈਸਲੇ ਲੈਣ ਦੀ ਸਮਰੱਥਾ ਹੈ ਉਹ ਘਟ ਜਾਂਦੀ ਹੈ। ਜਿਵੇਂ ਜਿਵੇਂ ਅਗਿਆਨਤਾ ਵਧੇਗੀ ਤਿਵੇਂ ਤਿਵੇਂ ਤੁਸੀਂ ਨਿਰਣੇ ਨਹੀਂ ਲੈ ਪਾਓਗੇ। ਔਰ ਜਿਵੇਂ ਜਿਵੇਂ ਤੁਹਾਡੇ ਜੀਵਨ 'ਚੋਂ ਨਿਰਣੇ ਲੈਣ ਦੀ ਸਮਰੱਥਾ ਘਟ ਜਾਂਦੀ ਹੈ ਜਾਂ ਤੁਸੀਂ ਸਹੀ ਨਿਰਣੇ ਨਹੀਂ ਲੈ ਪਾ ਰਹੇ, ਗਲਤ ਨਿਰਣੇ ਲੈਣੇ ਸ਼ੁਰੂ ਕਰ ਦਿੰਦੇ ਹੋ, ਤਿਵੇਂ ਤਿਵੇਂ ਤੁਹਾਡਾ ਜੀਵਨ ਬਰਬਾਦੀ ਦੇ ਵੱਲ ਚੱਲ ਪੈਂਦਾ ਹੈ। ਵਿਵੇਕ ਤੋਂ ਭਾਵ ਹੈ ਬਿਬ ਪਲਸ ਏਕ। ਬਿਬ ਕਹੀਏ ਦੋ ਨੂੰ ਤੇ ਏਕ ਦਾ ਅਰਥ ਆਪ ਜੀ ਸਮਝਦੇ ਹੋ ਇੱਕ, ਭਾਵ ਕਿ ਤੁਹਾਡੇ ਸਮਕਸ਼ ਦੋ ਰਾਹ ਹੋਣਗੇ, ਤੁਸੀਂ ਇੱਕ ਨੂੰ ਚੁਣਨਾ ਹੈ। ਅਗਰ ਤੁਸੀਂ ਵਿਵੇਕੀ ਹੋ ਤਾਂ ਤੁਸੀਂ ਸਹੀ ਰਸਤੇ ਦੀ ਚੋਣ ਕਰੋਗੇ। ਅਗਰ ਤੁਹਾਡੇ ਪਾਸ ਵਿਵੇਕ ਨਹੀਂ ਤੇ ਤੁਸੀਂ ਗਲਤ ਰਸਤੇ ਨੂੰ ਚੁਣ ਲਵੋਗੇ। ਵਿਵੇਕ ਦਾ ਸਿੱਧਾ ਜਿਹਾ ਅਰਥ ਹੁੰਦਾ ਹੈ ਕਿ ਤੁਹਾਡੇ ਸਮਕਸ਼ ਦੋ ਰਾਹ ਨੇ ਔਰ ਤੁਹਾਡੇ ਕੋਲ ਇੰਨੀ ਤਾਕਤ, ਇੰਨੀ ਸਮਰੱਥਾ ਹੈ ਕਿ ਤੁਸੀਂ ਸਹੀ ਨਿਰਣਾ ਲੈ ਸਕਦੇ ਹੋ, ਤੁਸੀਂ ਸਹੀ ਚੁਣਾਵ ਕਰ ਸਕਦੇ ਹੋ। ਹੁਣ ਜਿਵੇਂ ਤੁਸੀਂ ਸਹੀ ਨਿਰਣਾ ਲੈ ਲਿਆ, ਸਹੀ ਚੁਣਾਵ ਕਰ ਲਿਆ, ਤਾਂ ਤੁਹਾਡੇ ਜੀਵਨ ਨੂੰ ਇੱਕ ਸਹੀ ਦਿਸ਼ਾ ਮਿਲ ਜਾਂਦੀ ਹੈ ਔਰ ਤੁਹਾਡਾ ਜੀਵਨ ਜਿਹੜਾ ਹੈ ਉਸ ਦਿਸ਼ਾ ਵੱਲ ਚੱਲਣਾ ਸ਼ੁਰੂ ਹੋ ਜਾਂਦਾ ਹੈ। ਅਗਰ ਤੁਹਾਡੇ ਕੋਲ ਵਿਵੇਕ ਨਹੀਂ ਹੈ ਤੇ ਤੁਸੀਂ ਗਲਤ ਨਿਰਣਾ ਲੈ ਲਿਆ, ਗਲਤ ਚੁਣਾਵ ਕਰ ਲਿਆ, ਤਾਂ ਨਿਸ਼ਚਿਤ ਤੌਰ ਤੇ ਤੁਹਾਡਾ ਜੀਵਨ ਗਲਤ ਦਿਸ਼ਾ ਵੱਲ ਚੱਲ ਪਏਗਾ। ਔਰ ਆਉਣ ਵਾਲੇ ਫੈਸਲੇ ਜਿਹੜੇ ਨੇ ਤੁਹਾਡੇ, ਚੂੰਕਿ ਇੱਕ ਗਲਤ ਫੈਸਲਾ ਜਿਹੜਾ ਹੈ ਉਹ ਇਹ ਪੱਕਿਆਂ ਕਰ ਦਿੰਦਾ ਹੈ ਕਿ ਤੁਹਾਡੇ ਆਉਣ ਵਾਲੇ ਫੈਸਲੇ ਵੀ ਗਲਤ ਹੋਣਗੇ। ਤਾਂ ਵਿਵੇਕ ਤੋਂ ਭਾਵ ਕੀ ਹੈ? ਤੁਹਾਡੇ ਕੋਲੋਂ ਤਾਕਤ ਹੈ ਜਿਹਦੇ ਨਾਲ ਤੁਸੀਂ ਸਹੀ ਨਿਰਣਾ, ਸਹੀ ਚੁਣਾਵ ਕਰ ਸਕਦੇ ਹੋ। ਤੇ ਪਾਤਸ਼ਾਹ ਕਹਿੰਦੇ ਜਦੋਂ ਤੁਹਾਡਾ ਅਵਿਦਿਆ ਦੇ ਨਾਲ, ਅਗਿਆਨਤਾ ਦੇ ਨਾਲ ਮੋਹ ਪੈ ਜਾਂਦਾ ਹੈ, ਪ੍ਰੇਮ ਪੈ ਜਾਂਦਾ ਹੈ, ਫਿਰ ਤੁਸੀਂ ਸਹੀ ਫੈਸਲੇ ਨਹੀਂ ਕਰ ਸਕਦੇ। ਧਿਆਨ, ਧਿਆਨ ਤੋਂ ਭਾਵ ਕੀ ਹੈ? ਧਿਆਨ ਨੂੰ ਸਮਝਣਾ ਹੋਵੇ ਤੇ 1 ਮਿੰਟ ਹੀ ਕਾਫੀ ਹੈ। 1 ਮਿੰਟ ਦੇ ਅੰਦਰ ਤੁਸੀਂ ਧਿਆਨ ਨੂੰ ਸਮਝ ਜਾਓਗੇ। ਧਿਆਨ ਹੈ ਕੀ ਹੈ, ਧਿਆਨ ਕਿਸ ਪ੍ਰਕਾਰ ਅਸੀਂ ਕਰਨਾ ਹੈ ਔਰ ਧਿਆਨ ਤੁਹਾਡੇ ਜੀਵਨ 'ਚ ਆ ਕਿਵੇਂ ਸਕਦਾ ਹੈ। ਸਿਰਫ 1 ਮਿੰਟ ਚਾਹੀਦਾ ਹੈ। ਹੁਣ ਜੈਸੇ ਵਿਵੇਕ ਦਾ ਅਰਥ ਹੈ, ਵਿਵੇਕ ਤੋਂ ਭਾਵ ਹੈ ਕਿ ਤੁਹਾਡੇ ਸਮਕਸ਼ ਦੋ ਰਾਹ ਹੁੰਦੇ ਨੇ, ਤੁਸੀਂ ਇੱਕ ਦੀ ਚੋਣ ਕਰ ਲੈਂਦੇ ਹੋ। ਇਸੇ ਪ੍ਰਕਾਰ ਜਦੋਂ ਆਪਾਂ ਧਿਆਨ ਦੀ ਗੱਲ ਕਰਦੇ ਹਾਂ ਤੇ ਧਿਆਨ ਵੇਲੇ ਤੁਹਾਡੇ ਸਮਕਸ਼ ਦੋ ਵਿਚਾਰ ਹੋਣਗੇ। ਤੁਸੀਂ ਇੱਕ ਵਿਚਾਰ ਨੂੰ ਚੁਣਨਾ ਹੈ। ਤੁਹਾਡੇ ਸਾਹਮਣੇ ਗਲਤ ਵੀ ਹੋਏਗਾ, ਸਹੀ ਵੀ ਹੋਏਗਾ। ਤੁਹਾਡੇ ਜਿਨ 'ਚ ਇੱਕ ਸਹੀ ਵਿਚਾਰ ਹੋਏਗਾ, ਇੱਕ ਗਲਤ ਵਿਚਾਰ ਹੋਏਗਾ। ਜੈਸੇ ਵਿਵੇਕ ਦੇ ਅੰਦਰ ਦੋ ਰਾਹ ਸਨ, ਇੱਕ ਸਹੀ ਰਾਹ ਸੀ, ਇੱਕ ਗਲਤ ਰਾਹ ਸੀ। ਬਿਲਕੁਲ ਇਸੇ ਪ੍ਰਕਾਰ ਧਿਆਨ ਦੀ ਗੱਲ ਕਰੀਏ, ਤੁਹਾਡੇ ਸਮਕਸ਼ ਦੋ ਵਿਚਾਰ ਨੇ, ਇੱਕ ਗਲਤ ਹੈ, ਇੱਕ ਸਹੀ ਹੈ। ਅਗਰ ਤੁਸੀਂ ਗਲਤ ਨੂੰ ਚੁਣ ਲਿਆ ਤੇ ਤੁਹਾਡਾ ਜੀਵਨ ਅੰਧਕਾਰਮਈ ਬਣੇਗਾ। ਅਗਰ ਤੁਸੀਂ ਸਹੀ ਵਿਚਾਰ ਨੂੰ ਚੁਣ ਲਿਆ ਤੁਹਾਡਾ ਜੀਵਨ ਪ੍ਰਕਾਸ਼ਮਈ ਬਣੇਗਾ।
ਧਿਆਨੀ ਦਾ ਸਿੱਧਾ ਜਿਹਾ ਅਰਥ ਹੁੰਦਾ ਹੈ, ਧਿਆਨ ਦਾ ਸਿੱਧਾ ਜਿਹਾ ਅਰਥ ਹੁੰਦਾ ਹੈ ਕਿ ਉਹਨਾਂ ਦੋ ਵਿਚਾਰਾਂ 'ਚੋਂ ਤੁਸੀਂ ਸਹੀ ਵਿਚਾਰ ਦੀ ਚੋਣ ਕਰ ਲੈਂਦੇ ਹੋ। ਭਾਵ ਕਿ ਤੁਹਾਡੇ ਅੰਦਰ ਇੰਨੀ ਜਾਗਰਤੀ ਹੈ, ਤੁਹਾਡੇ ਅੰਦਰ ਇੰਨੀ ਹੋਸ਼ ਹੈ, ਤੁਸੀਂ ਇੰਨੇ ਚੇਤਨ ਹੋ ਕਿ ਦੋ ਜਿਹੜੇ ਵਿਚਾਰ ਨੇ ਉਹਨਾਂ 'ਚੋਂ ਤੁਸੀਂ ਸਹੀ ਚੁਣ ਲਿਆ ਹੈ। ਇਹਨੂੰ ਗੁਰਦੇਵ ਜੀ ਕਹਿੰਦੇ ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਕਿ ਜਿਹੜਾ ਗਿਆਨੀ ਪੁਰਸ਼ ਹੈ, ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਇਲਮ ਹੈ, ਉਹ ਚੇਤਨ ਰਹਿੰਦਾ ਹੈ, ਹਰ ਵਕਤ ਹੋਸ਼ 'ਚ ਰਹਿੰਦਾ ਹੈ। ਇੰਨੀ ਹੋਸ਼ 'ਚ ਰਹਿੰਦਾ ਹੈ, ਇੰਨੇ ਧਿਆਨ 'ਚ, ਹੋਸ਼ ਮੀਨ ਧਿਆਨ, ਇੰਨੇ ਧਿਆਨ 'ਚ ਰਹਿੰਦਾ ਹੈ ਕਿ ਜਦੋਂ ਵੀ ਉਹਦੇ ਸਾਹਮਣੇ ਦੋ ਵਿਚਾਰ ਆਉਂਦੇ ਨੇ, ਕੋਈ ਗਲਤ ਵਿਚਾਰ ਉਹਦਾ ਦਰਵਾਜ਼ਾ ਖੜਕਾਉਂਦਾ, ਦਰਵਾਜ਼ਾ ਖੋਲ੍ਹਦਾ ਹੀ ਨਹੀਂ। ਜਿਵੇਂ ਇੱਕ ਸੁਚੇਤ ਪਹਿਰੇਦਾਰ ਜਿਹੜਾ ਹੁੰਦਾ ਹੈ, ਉਹਨੂੰ ਪਤਾ ਹੈ ਗਲਤ ਕੀ ਹੈ, ਸਹੀ ਕੀ ਹੈ। ਇਸੇ ਪ੍ਰਕਾਰ ਧਿਆਨੀ ਬੰਦੇ ਨੂੰ ਪਤਾ ਹੈ ਕਿ ਕਿਹੜਾ ਵਿਚਾਰ ਉਹਦੇ ਅੰਦਰ ਰੱਖਣ ਵਾਲਾ ਹੈ, ਸੰਭਾਲਣ ਵਾਲਾ ਹੈ, ਔਰ ਕਿਹੜਾ ਵਿਚਾਰ ਜਿਹਨੂੰ ਅੰਦਰ ਜਗ੍ਹਾ ਨਹੀਂ ਦਿੱਤੀ ਜਾਣੀ ਚਾਹੀਦੀ। ਤੋ ਧਿਆਨ ਤੋਂ ਭਾਵ ਕੀ ਹੈ ਕਿ ਤੁਹਾਡੇ ਸਮਕਸ਼ ਦੋ ਵਿਚਾਰ ਹੋਣਗੇ, ਗਲਤ ਵੀ ਹੋਏਗਾ, ਸਹੀ ਵੀ ਹੋਏਗਾ, ਤੁਸੀਂ ਚੁਣ ਲਿਆ ਹੈ। ਔਰ ਤੁਸੀਂ ਉਹ ਚੁਣਿਆ ਕਿਹੜਾ ਹੈ? ਸਹੀ ਚੁਣਿਆ ਹੈ। ਅਗਰ ਤੁਸੀਂ ਬੇਧਿਆਨੇ ਹੋ, ਅਗਰ ਤੁਸੀਂ ਬੇਹੋਸ਼ ਹੋ, ਤਾਂ ਨਿਸ਼ਚਿਤ ਤੌਰ 'ਤੇ ਤੁਸੀਂ ਗਲਤ ਵਿਚਾਰ ਨੂੰ ਚੁਣੋਗੇ, ਔਰ ਉਹ ਗਲਤ ਵਿਚਾਰ ਜਿਹੜਾ ਆਪਣੇ ਨਾਲ ਸੈਂਕੜੇ ਗਲਤ ਵਿਚਾਰਾਂ ਨੂੰ ਤੁਹਾਡੇ ਜ਼ਿਹਨ 'ਚ ਲੈ ਕੇ ਆਵੇਗਾ। ਤੀਸਰਾ ਹੈ ਸਿੱਖਿਆ। ਹੁਣ ਸਿੱਖਿਆ ਤੋਂ ਭਾਵ ਕੀ ਹੈ? ਸਕੂਲ, ਕਾਲਜ, ਯੂਨੀਵਰਸਿਟੀ। ਅਸੀਂ ਆਪ ਵੀ ਸਕੂਲ ਗਏ ਹੋਵਾਂਗੇ, ਕਾਲਜ ਗਏ ਹੋਵਾਂਗੇ, ਬੱਚੇ ਵੀ ਸਾਡੇ ਅੱਗੇ ਸਕੂਲ ਕਾਲਜ ਜਾਂਦੇ ਨੇ। ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਕਿ ਸਿੱਖਿਆ ਤੋਂ ਭਾਵ ਤੁਸੀਂ ਕੀ ਲੈਂਦੇ ਹੋ, ਤਾਂ ਆਮ ਬੰਦੇ ਦਾ ਇਹ ਸੋਚਣਾ ਹੁੰਦਾ ਹੈ ਕਿ ਸਕੂਲ ਜਾ ਕੇ, ਕਾਲਜ ਜਾ ਕੇ, ਯੂਨੀਵਰਸਿਟੀ ਜਾ ਕੇ ਬੰਦਾ ਚਾਰ ਪੈਸੇ ਕਮਾਉਣ ਜੋਗਾ ਹੋ ਜਾਂਦਾ ਹੈ, ਉਹਨੂੰ ਚੰਗੀ ਜੌਬ ਮਿਲ ਜਾਂਦੀ ਹੈ, ਉਹ ਚੰਗਾ ਵਪਾਰ ਛੇੜ ਲੈਂਦਾ ਹੈ, ਚੰਗਾ ਬਿਜ਼ਨਸ ਕਰਦਾ ਹੈ। ਪਰ ਅਸਲ ਮਾਇਨਿਆਂ ਦੇ ਅੰਦਰ ਸਿੱਖਿਆ ਦਾ ਅਰਥ ਕੁਝ ਹੋਰ ਹੁੰਦਾ ਹੈ। ਸਿੱਖਿਆ ਦਾ ਅਰਥ ਹੁੰਦਾ ਹੈ ਕਿ ਜਿਹੜਾ ਦਿਮਾਗ ਡੈਡ ਹੋ ਚੁੱਕਾ ਹੈ, ਜਿਹੜਾ ਦਿਮਾਗ ਮਰ ਚੁੱਕਾ ਹੈ, ਉਸ ਦਿਮਾਗ ਨੂੰ ਫਿਰ ਦੁਬਾਰਾ ਜਿੰਦੇ ਕਰਨਾ। ਜਿਹੜਾ ਦਿਮਾਗ ਬਿਲਕੁਲ ਮਰਨ ਦੇ ਕਿਨਾਰੇ ਤੇ ਹੈ, ਉਸ ਦਿਮਾਗ ਨੂੰ ਮਰਨ ਨਾ ਦੇਣਾ ਔਰ ਫਿਰ ਦੁਬਾਰਾ ਉਹਦੇ ਅੰਦਰ ਜੀਵਨ ਦਾ ਸੰਚਾਰ ਕਰਨਾ ਸਿੱਖਿਆ ਹੈ। ਹੁਣ ਜਿਹੜਾ ਦਿਮਾਗ ਡੈਡ ਹੋ ਚੁੱਕਾ ਹੈ, ਉਹਦਾ ਅਰਥ ਹੈ ਉਹ ਬੇਹੋਸ਼ ਹੋ ਚੁੱਕਾ ਹੈ। ਉਹਦੇ ਅੰਦਰ ਸੋਚਣ ਦੀ, ਵਿਚਾਰਨ ਦੀ ਤਾਕਤ ਬਹੁਤ ਹੀ ਘਟ ਚੁੱਕੀ ਹੈ, ਜਾਂ ਬਿਲਕੁਲ ਹੈ ਹੀ ਨਹੀਂ ਹੈ। ਉੱਥੇ ਚਿੰਤਨ ਨਹੀਂ ਹੈ, ਉੱਥੇ ਵਿਕਾਸ ਨਹੀਂ ਹੈ। ਜਾਂ ਤੇ ਉਹ ਬਿਲਕੁਲ ਖਤਮ ਹੋ ਚੁੱਕਾ ਹੈ, ਜਾਂ ਖਤਮ ਹੋਣ ਦੇ ਕਗਾਰ ਤੇ ਹੈ। ਸਿੱਖਿਆ ਕੀ ਕਰਦੀ ਹੈ? ਸਿੱਖਿਆ ਮੀਨ ਉਪਦੇਸ਼। ਜਿਵੇਂ ਆਪਾਂ ਗੁਰੂ ਕੋਲ ਬੈਠੇ, ਗੁਰੂ ਨੇ ਉਪਦੇਸ਼ ਸਾਡੇ ਕੰਨਾਂ ਦੇ ਰਾਹੀਂ ਸਾਡੇ ਅੰਦਰ ਭੇਜਿਆ, ਉਹਨੇ ਸਾਡੇ ਮਰਦੇ ਹੋਏ ਦਿਮਾਗ ਨੂੰ ਫਿਰ ਦੁਬਾਰਾ ਜੰਮਦਿਆਂ ਕਰ ਦਿੱਤਾ। ਹੁਣ ਜਿਹੜਾ ਬਿਲਕੁਲ ਡੈਡ ਹੋ ਚੁੱਕਾ ਦਿਮਾਗ ਹੈ, ਜਦੋਂ ਉਹ ਸਿੱਖਿਆ ਪ੍ਰਾਪਤ ਕਰ ਲੈਂਦਾ ਹੈ, ਭਾਵ ਉਪਦੇਸ਼ ਪ੍ਰਾਪਤ ਕਰ ਲੈਂਦਾ ਹੈ, ਸਬਕ ਪ੍ਰਾਪਤ ਕਰ ਲੈਂਦਾ ਹੈ, ਉਹ ਸਕੂਲ ਤੋਂ ਪ੍ਰਾਪਤ ਕੀਤਾ, ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ, ਕਾਲਜ ਤੋਂ ਪ੍ਰਾਪਤ ਕੀਤਾ ਹੈ, ਜਾਂ ਕੋਈ ਹੋਰ ਥਾਂ ਕਿਤੋਂ ਵੀ, ਜਿੱਥੋਂ ਵੀ ਉਹਨੂੰ ਕੋਈ ਸਬਕ ਮਿਲਿਆ ਹੈ, ਉਹ ਸਬਕ ਜਿਹੜਾ ਹੈ ਉਹਦੇ ਦਿਮਾਗ ਨੂੰ ਜੰਮਦਿਆਂ ਕਰੇਗਾ। ਔਰ ਜਦੋਂ ਦਿਮਾਗ ਜੰਮਦਾ ਹੁੰਦਾ ਹੈ, ਭਾਵ ਹੋਸ਼ ਆ ਜਾਂਦੀ ਹੈ। ਹੋਸ਼ ਆ ਜਾਂਦੀ ਹੈ, ਭਾਵ ਤੁਹਾਡੇ ਕੋਲ ਵਿਵੇਕ ਆ ਗਿਆ। ਵਿਵੇਕ ਆ ਗਿਆ, ਭਾਵ ਤੁਹਾਡੇ ਨਿਰਣੇ ਸਹੀ ਹੋਣੇ ਸ਼ੁਰੂ ਹੋ ਜਾਣਗੇ। ਔਰ ਜਦੋਂ ਤੁਹਾਡੇ ਨਿਰਣੇ ਸਹੀ ਹੋਣੇ ਸ਼ੁਰੂ ਹੋ ਗਏ, ਤੁਹਾਡਾ ਜੀਵਨ ਸਹੀ ਹੋ ਜਾਏਗਾ। ਸੋ ਇਹ ਤਿੰਨੇ ਸ਼ਬਦ ਜਿਹੜੇ ਨੇ ਜੁੜੇ ਹੋਏ ਨੇ, ਔਰ ਇਹਨਾਂ ਦਾ ਸਾਡੇ ਜੀਵਨ 'ਚ ਬਹੁਤ ਹੀ ਗਹਿਰਾ ਪ੍ਰਭਾਵ ਹੈ। ਇਹਨਾਂ ਤਿੰਨਾਂ ਨੂੰ ਸਮਝ ਲਈਏ, ਤੁਸੀਂ ਜੀਵਨ ਨੂੰ ਸਮਝ ਗਿਆ ਸਮਝੋ। ਤੁਸੀਂ ਜੀਵਨ ਨੂੰ ਜਾਣ ਲਿਆ, ਤੁਸੀਂ ਜ਼ਿੰਦਗੀ ਨੂੰ ਹੋਰ ਉਮਦਾ, ਹੋਰ ਸ੍ਰੇਸ਼ਟ, ਹੋਰ ਉੱਤਮ ਬਣਾ ਸਕਦੇ ਹੋ। ਸੋ ਇਹਨਾਂ ਤਿੰਨਾਂ ਦੇ ਬਾਰੇ ਆਪਾਂ ਸੰਖੇਪ ਦੇ ਅੰਦਰ ਗੱਲ ਕੀਤੀ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਹਨਾਂ ਤਿੰਨਾਂ ਨੂੰ ਅਲੱਗਾ-ਅਲੱਗਾ ਵਿਚਾਰੀਏ,
ਤੇ ਤੁਸੀਂ ਕਮੈਂਟ ਬਾਕਸ ਦੇ ਅੰਦਰ ਜਾ ਕੇ ਆਪਣੇ ਕਮੈਂਟ ਛੱਡ ਸਕਦੇ ਹੋ। ਅਗਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ। ਤੁਸੀਂ ਫੇਸਬੁੱਕ ਤੇ ਸੁਣ ਰਹੇ ਹੋ ਤੇ ਫੇਸਬੁੱਕ ਤੇ ਅੱਗੇ ਜ਼ਰੂਰ ਸ਼ੇਅਰ ਕਰੋ। ਅਗਰ ਤੁਸੀਂ ਯੂਟਿਊਬ ਤੇ ਦੇਖ ਰਹੇ ਹੋ ਤੇ ਯੂਟਿਊਬ ਤੇ ਇਹਨੂੰ ਸ਼ੇਅਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।